Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 178ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਵੱਡਾ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਓ ਲਾਗੋ ਰੰਗ। ਬੜੇ ਸਰਲ ਜਿਹੇ ਅਰਥ ਨੇ ਇਹਨਾਂ ਪੰਕਤੀਆਂ ਦੇ ਕਿ ਉਸ ਪ੍ਰਮਾਤਮਾ ਦੀ ਕਥਾ ਸੁਣ ਕੇ ਮਨ ਦੇ ਉੱਪਰੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ, ਗਿਆਨ ਪ੍ਰਾਪਤ ਹੁੰਦਾ ਹੈ। ਵਿਕਾਰ ਉਦੋਂ ਤੱਕ ਹੀ ਸਾਡੇ ਮਨ ਦੇ ਉੱਪਰ ਕਾਬੂ ਨੇ ਜਦੋਂ ਤੱਕ ਅਸੀਂ ਉਹਨਾਂ ਬਾਰੇ ਜਾਣੂ ਨਹੀਂ ਹੁੰਦੇ, ਜਦੋਂ ਤੱਕ ਅਸੀਂ ਉਹਨਾਂ ਨੂੰ ਸਮਝ ਨਹੀਂ ਲੈਂਦੇ, ਇਸ ਗੱਲ ਨੂੰ ਮੰਨ ਨਹੀਂ ਲੈਂਦੇ ਕਿ ਸਾਡੇ ਮਨ ਦੇ ਵਿੱਚ ਵਿਕਾਰ ਹਨ। ਕਿਉਂਕਿ ਜਦੋਂ ਤੱਕ ਅਸੀਂ ਸਮੱਸਿਆ ਨੂੰ ਇਨਕਾਰ ਹੀ ਕਰੀ ਜਾਵਾਂਗੇ ਤਾਂ ਉਹਦਾ ਹੱਲ ਕਦੇ ਵੀ ਨਹੀਂ ਲੱਭ ਸਕਾਂਗੇ। ਸੋ ਸਾਡੇ ਮਨਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਵਿਕਾਰ ਵੱਖ-ਵੱਖ ਸਮੇਂ 'ਤੇ ਹਾਵੀ ਹੁੰਦੇ ਨੇ। ਇਸ ਗੱਲ ਤੋਂ ਜਾਣੂ ਹੋਣਾ ਸਾਡਾ ਪਹਿਲਾ ਕਦਮ ਹੈ ਉਸ ਪਰਮਾਤਮਾ ਦੇ ਵੱਲ ਜਾਂਦੇ ਰਸਤੇ ਦੇ ਉੱਪਰ। ਜਦੋਂ ਅਸੀਂ ਇਹਨਾਂ ਵਿਕਾਰਾਂ ਤੋਂ ਜਾਣੂ ਹੋ ਗਏ, ਫਿਰ ਅਸੀਂ ਹੌਲੀ-ਹੌਲੀ ਇਹਨਾਂ ਨੂੰ ਦੂਰ ਵੀ ਕਰ ਲਵਾਂਗੇ ਅਤੇ ਗੁਰੂ ਦੀ ਬਾਣੀ ਸਾਡੀ ਇਸ ਸਫ਼ਰ ਦੇ ਵਿੱਚ ਬਹੁਤ ਮਦਦ ਕਰੇਗੀ, ਵਿਕਾਰਾਂ ਨੂੰ ਸਮਝਣ ਦੇ ਲਈ ਵੀ ਅਤੇ ਵਿਕਾਰਾਂ ਨੂੰ ਹਟਾਉਣ ਦੇ ਲਈ ਵੀ। ਇਹ ਨਹੀਂ ਹੈ ਕਿ ਹਰ ਵਕਤ ਹੀ ਅਸੀਂ ਹੰਕਾਰੀ ਹੁੰਦੇ ਹਾਂ ਜਾਂ ਹਰ ਵਕਤ ਹੀ ਅਸੀਂ ਮੋਹ ਦੇ ਵਿੱਚ ਹੁੰਦੇ ਹਾਂ, ਪਰ ਕੋਈ ਸਮਾਂ ਹੁੰਦਾ ਹੈ ਜਦੋਂ ਅਸੀਂ ਜ਼ਰੂਰ ਹੰਕਾਰੀ ਵੀ ਹੁੰਦੇ ਹਾਂ ਅਤੇ ਮੋਹ ਦੇ ਵਿੱਚ ਵੀ ਹੁੰਦੇ ਹਾਂ। ਉਸ ਸਮੇਂ ਆਪਦੇ ਆਪ ਨੂੰ ਪਛਾਣੋ। ਆਪਣੇ ਆਪ ਦਾ ਇੰਨਾ ਕੁ ਗਿਆਨ ਤੁਹਾਨੂੰ ਹੋਵੇ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਸ ਪਲ ਮੈਂ ਹੰਕਾਰ ਕਰ ਰਿਹਾ, ਇਸ ਪਲ ਮੈਂ ਮਾਇਆ ਦੇ ਮੋਹ ਦੇ ਵਿੱਚ ਫਸ ਰਿਹਾ, ਇਸ ਵਕਤ ਮੇਰੇ ਮਨ ਦੇ ਉੱਤੇ ਕਾਮ ਹਾਵੀ ਹੈ, ਇਸ ਵਕਤ ਮੈਂ ਕ੍ਰੋਧਿਤ ਹੋ ਰਿਹਾ। ਇੰਨਾ ਕੁ ਆਪਣੇ ਆਪ ਦਾ ਗਿਆਨ ਹੋ ਜਾਵੇ ਅਤੇ ਜਦੋਂ ਗਿਆਨ ਹੋ ਗਿਆ ਤਾਂ ਵਿਕਾਰਾਂ ਨੂੰ ਹਟਾਉਣ ਦੇ ਵਿੱਚ ਹਰ ਕਥਾ ਸਾਡੀ ਸਹਾਇਤਾ ਕਰੇਗੀ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਉਸ ਪ੍ਰਮਾਤਮਾ ਦੀ ਕਥਾ ਸੁਣ ਕੇ ਸਾਡੇ ਮਨ ਦੇ ਉੱਪਰੋਂ ਵਿਕਾਰਾਂ ਦੀ ਮੈਲ ਉਤਰਦੀ ਹੈ, ਸਾਡਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਸੁੱਖ ਸੈਲ ਤੋਂ ਭਾਵ ਸੁੱਖਾਂ ਦੇ ਪਹਾੜ ਅਸੀਂ ਸਰ ਕਰ ਲੈਂਦੇ ਹਾਂ, ਪ੍ਰਾਪਤ ਕਰ ਲੈਂਦੇ ਹਾਂ। ਵੱਡਾ ਭਾਗ ਪਾਇਆ ਸਾਧ ਸੰਗ। ਵੱਡੇ ਭਾਗਾਂ ਵਾਲੇ ਲੋਕ ਨੇ ਜਿਨ੍ਹਾਂ ਨੂੰ ਸਾਧ ਸੰਗਤ ਮਿਲਦੀ ਹੈ, ਜਿਨ੍ਹਾਂ ਨੂੰ ਉਹ ਸੰਗਤ ਮਿਲਦੀ ਹੈ ਜਿੱਥੇ ਬੈਠ ਕੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਵਿਚਾਰ ਕੀਤਾ ਜਾ ਸਕੇ। ਪਾਰ ਬ੍ਰਹਮ ਸਿਓ ਲਾਗੋ ਰੰਗ। ਅਤੇ ਜਿਹੜੇ ਸਾਧ ਸੰਗਤ ਦੇ ਵਿੱਚ ਜੁੜਦੇ ਨੇ ਉਹਨਾਂ ਦਾ ਉਸ ਪਰਮਾਤਮਾ ਦੇ ਨਾਲ ਪ੍ਰੇਮ ਵੀ ਪੈ ਜਾਂਦਾ ਹੈ। ਹਰ ਹਰ ਨਾਮ ਜਪਤ ਜਨ ਤਾਰਿਓ, ਅਗਨ ਸਾਗਰ ਗੁਰ ਪਾਰ ਉਤਾਰਿਓ। ਰਹਾਓ। ਜਿਨ੍ਹਾਂ ਗੁਰੂ ਦੇ ਸੇਵਕਾਂ ਨੇ ਉਸ ਪਰਮਾਤਮਾ ਦਾ ਨਾਮ ਸਿਮਰਿਆ ਹੈ, ਗੁਰੂ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਅਤੇ ਅਗਨ ਸਾਗਰ ਭਾਵ ਤ੍ਰਿਸ਼ਨਾਵਾਂ ਦੀ ਅਗਨੀ ਦਾ ਜੋ ਸਮੁੰਦਰ ਨੇ ਉਹਨਾਂ ਤੋਂ ਪਾਰ ਲੈ ਜਾਂਦਾ ਹੈ। ਇਹ ਤ੍ਰਿਸ਼ਨਾਵਾਂ ਹੀ ਹੁੰਦੀਆਂ ਨੇ ਜਿਹੜੀਆਂ ਸਾਡੇ ਮਨ ਨੂੰ ਸਥਿਰ ਨਹੀਂ ਹੋਣ ਦਿੰਦੀਆਂ, ਅਤੇ ਗੁਰੂ ਸਾਡੀ ਸਹਾਇਤਾ ਕਰਦਾ ਹੈ ਇਹਨਾਂ ਤ੍ਰਿਸ਼ਨਾਵਾਂ ਨੂੰ ਘਟਾਉਣ ਦੇ ਵਿੱਚ, ਸ਼ਾਂਤ ਕਰਨ ਦੇ ਵਿੱਚ। ਜਦੋਂ ਇਹ ਤ੍ਰਿਸ਼ਨਾਵਾਂ ਸ਼ਾਂਤ ਹੋ ਜਾਣ ਤਾਂ ਮਨ ਵੀ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ। ਕਰ ਕੀਰਤਨ ਮਨ ਸੀਤਲ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਜਿਨ੍ਹਾਂ ਮਨੁੱਖਾਂ ਨੇ ਉਸ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਹੈ, ਕੀਰਤਨ ਕੀਤਾ ਹੈ, ਉਹਨਾਂ ਦੇ ਮਨ ਸ਼ਾਂਤ ਹੋ ਜਾਂਦੇ ਨੇ, ਸ਼ੀਤਲ ਹੋ ਜਾਂਦੇ ਨੇ। ਜਨਮ ਜਨਮਾਂਤਰਾਂ ਦੇ ਪਾਪ ਉਹਨਾਂ ਦੇ ਮਿਟ ਜਾਂਦੇ ਨੇ। ਜੋ ਮਨਾਂ ਦੇ ਵਿੱਚ ਪਾਪ ਪਾਲੇ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ। ਸਰਵ ਨਿਧਾਨ ਪੇਖੇ ਮਨ ਮਾਹੇ। ਪੇਖੇ ਤੋਂ ਭਾਵ ਵੇਖ ਲੈਣਾ ਅਤੇ ਨਿਧਾਨ ਤੋਂ ਭਾਵ ਖਜ਼ਾਨੇ। ਉਹ ਮਨੁੱਖ ਸਰਵ ਨਿਧਾਨ ਭਾਵ ਕਿ ਹਰ ਪ੍ਰਕਾਰ ਦੇ ਖਜ਼ਾਨੇ ਆਪਣੇ ਮਨ ਦੇ ਅੰਦਰੋਂ ਹੀ ਪ੍ਰਾਪਤ ਕਰ ਲੈਂਦੇ ਨੇ, ਆਪਣੇ ਮਨ ਦੇ ਵਿੱਚ ਹੀ ਵੇਖ ਲੈਂਦੇ ਨੇ। ਅਬ ਢੂਡਨ ਕਾਹੇ ਕਉ ਜਾਹੇ। ਜਦੋਂ ਤੁਸੀਂ ਆਪਣੇ ਮਨ 'ਚੋਂ ਹੀ ਸਾਰਾ ਕੁਝ ਲੱਭ ਲਿਆ, ਫਿਰ ਤੁਸੀਂ ਲੱਭਣ ਲਈ ਬਾਹਰ ਕਿਉਂ ਜਾਣੋਗੇ?
ਫਿਰ ਤੁਹਾਨੂੰ ਬਾਹਰ ਜਾ ਕੇ ਕੋਈ ਖਜ਼ਾਨੇ ਲੱਭਣ ਦੀ ਲੋੜ ਨਹੀਂ ਪੈਣੀ। ਸੋ ਜਿਨ੍ਹਾਂ ਮਨੁੱਖਾਂ ਨੇ ਉਸ ਪਰਮਾਤਮਾ ਦਾ ਕੀਰਤਨ ਕੀਤਾ ਹੈ ਉਹ ਆਪਣੇ ਮਨ ਦੇ ਵਿੱਚੋਂ ਹੀ ਸਰਬ ਨਿਧਾਨ ਪ੍ਰਾਪਤ ਕਰ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਬਾਹਰ ਕਿਤੇ ਕੁਝ ਢੂੰਡਣ ਜਾਣ ਦੀ ਲੋੜ ਨਹੀਂ ਪੈਂਦੀ। ਪ੍ਰਭ ਆਪਣੇ ਜਬ ਭਏ ਦਇਆਲ ਪੂਰਨ ਹੋਈ ਸੇਵਕ ਘਾਲ। ਜਦੋਂ ਪ੍ਰਮਾਤਮਾ ਆਪਣੇ ਸੇਵਕਾਂ ਦੇ ਉੱਤੇ ਦਿਆਲ ਹੁੰਦਾ ਹੈ ਤਾਂ ਸੇਵਕਾਂ ਦੀ ਕੀਤੀ ਹੋਈ ਸੇਵਾ ਪੂਰਨ ਹੋ ਜਾਂਦੀ ਹੈ, ਸਿਰੇ ਚੜ੍ਹ ਜਾਂਦੀ ਹੈ। ਇਹ ਹੋ ਸਕਦਾ ਹੈ ਕਿ ਤੁਸੀਂ ਉਸ ਪ੍ਰਮਾਤਮਾ ਦਾ ਕੀਰਤਨ ਕਰੋ, ਤੁਸੀਂ ਇਹ ਜੋ ਬਾਣੀ ਸੁਣ ਰਹੇ ਹੋ ਇਹਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਸਕਦਾ ਹੈ ਤੁਸੀਂ ਪੂਰੀ ਸ਼ਿੱਦਤ ਦੇ ਨਾਲ ਇਹਨਾਂ ਨੂੰ ਸੁਣਦੇ ਰਹੋ ਪਰ ਫਿਰ ਵੀ ਤੁਹਾਨੂੰ ਸਮਝ ਦੇ ਵਿੱਚ ਕੁਝ ਨਾ ਪਏ। ਪਰ ਇਹ ਨਹੀਂ ਹੋਊਗਾ ਕਿ ਕਦੇ ਵੀ ਸਮਝ ਦੇ ਵਿੱਚ ਨਹੀਂ ਪਊਗਾ। ਸ਼ਿੱਦਤ ਦੇ ਨਾਲ ਲੱਗੇ ਰਹੋਗੇ, ਹੋ ਸਕਦਾ ਥੋੜਾ ਸਮਾਂ ਲੱਗ ਜਾਵੇ ਪਰ ਪ੍ਰਮਾਤਮਾ ਦੀ ਮਿਹਰ ਹੋਊਗੀ ਤੇ ਗੁਰੂਆਂ ਦੀ ਬਾਣੀ ਤੁਹਾਡੇ ਸਮਝ ਦੇ ਵਿੱਚ ਇੱਕ ਦਿਨ ਜ਼ਰੂਰ ਪਏਗੀ। ਪੂਰਨ ਹੋਈ ਸੇਵਕ ਘਾਲ, ਇਹ ਜੋ ਘਾਲ ਤੁਸੀਂ ਘਾਲ ਰਹੇ ਹੋ ਇਸ ਬਾਣੀ ਨੂੰ ਸਮਝਣ ਦੀ, ਇਹ ਤੁਹਾਡੀ ਪੂਰਨ ਹੋਏਗੀ। ਪ੍ਰਭ ਆਪਣੇ ਜਬ ਭਏ ਦਿਆਲ, ਜਦੋਂ ਪ੍ਰਮਾਤਮਾ ਸਾਡੇ ਤੇ ਦਿਆਲ ਹੋ ਗਿਆ। ਬੰਧਨ ਕਾਟ ਕੀਏ ਆਪਣੇ ਦਾਸ, ਫਿਰ ਸਾਡੇ ਮਾਇਆ ਦੇ ਬੰਧਨ ਕੱਟੇ ਜਾਣੇ ਨੇ ਤੇ ਉਹ ਪ੍ਰਮਾਤਮਾ ਆਪਣਾ ਦਾਸ ਬਣਾ ਲੇਗਾ। ਸਿਮਰ 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 ਗੁਣਤਾਸ, ਇਸ ਲਈ ਉਸ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਸਿਮਰ। ਸਿਮਰ ਸਿਮਰ ਸਿਮਰ, 3 ਵਾਰ ਗੁਰੂ ਜੀ ਨੇ ਇਸ ਸ਼ਬਦ ਦਾ ਇਸਤੇਮਾਲ ਕਰਕੇ ਸਾਨੂੰ ਪ੍ਰੇਰਿਤ ਕੀਤਾ ਹੈ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਲਈ। ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹਿਓ ਸਭ ਜਾਏ। ਸਾਡੇ ਮਨ ਦੇ ਵਿੱਚ ਵੀ ਉਹ ਇੱਕ ਪ੍ਰਮਾਤਮਾ ਵਸਦਾ ਹੈ ਤੇ ਪੂਰੀ ਸ੍ਰਿਸ਼ਟੀ ਦੇ ਵਿੱਚ ਸਭ ਥਾਂ ਉਹ ਇੱਕ ਹੀ ਪ੍ਰਮਾਤਮਾ ਵਸਦਾ ਹੈ ਤੇ ਆਪਣੇ ਆਪ ਦੇ ਵਿੱਚ ਉਹ ਪ੍ਰਮਾਤਮਾ ਪੂਰਨ ਹੈ। ਗੁਰ ਪੂਰੈ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ। ਜੋ ਪੂਰਾ ਗੁਰੂ ਹੈ, ਸਤਿਗੁਰੂ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਕਿ ਜੋ ਪੂਰਾ ਗੁਰੂ ਹੈ ਉਹਨਾਂ ਨੇ ਉਹਦੇ ਮਨ ਦਾ ਭਰਮ ਚੁਕਾ ਦਿੱਤਾ ਹੈ ਤੇ ਹੁਣ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਉੱਤੇ ਚੱਲਦੇ ਹੋਏ ਉਹ ਉਸ ਪ੍ਰਮਾਤਮਾ ਦਾ ਨਾਮ ਸਿਮਰ ਕੇ ਸੁੱਖ ਪ੍ਰਾਪਤ ਕਰਦੇ ਨੇ। ਗੁਰ ਪੂਰੈ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਸੁਖ ਪਾਇਆ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਅਗਲੇ ਮੋਏ ਸੇ ਪਾਛੈ ਪਰੇ, ਜੋ ਉਬਰੇ ਸੇ ਬੰਦ ਲੱਕ ਖਰੇ। ਅਗਲੇ ਮੋਏ ਭਾਵ ਕਿ ਸਾਡੇ ਤੋਂ ਪਿਛੇਰੇ ਜੋ ਲੋਕ ਸਨ, ਜੋ ਸਾਡੇ ਵੱਡੇ ਵਡੇਰੇ ਸਨ, ਉਹ ਮਰ ਚੁੱਕੇ ਨੇ ਤੇ ਅਸੀਂ ਉਹਨਾਂ ਦੇ ਮਰਨ ਤੋਂ ਬਾਅਦ ਇਹ ਗੱਲ ਭੁੱਲ ਜਾਂਦੇ ਹਾਂ ਕਿ ਜੋ ਕੁਝ ਵੀ ਉਹਨਾਂ ਨੇ ਕਮਾਇਆ ਉਹ ਇੱਥੇ ਹੀ ਛੱਡ ਕੇ ਮਰੇ ਨੇ, ਕੁਝ ਨਾਲ ਨਹੀਂ ਲੈ ਕੇ ਗਏ। ਇਸ ਗੱਲ ਨੂੰ ਭੁਲਾ ਕੇ ਜੋ ਉਬਰੇ, ਜਿਹੜੇ ਜਿਉਂਦੇ ਨੇ, ਸੇ ਬੰਦ ਲੱਕ ਖਰੇ, ਉਹ ਲੱਕਾਂ ਦੇ ਉੱਤੇ ਕੱਪੜੇ ਬੰਨੀ ਖੜੇ ਨੇ ਮਿਹਨਤ ਕਰਨ ਦੇ ਲਈ, ਵੱਧ ਤੋਂ ਵੱਧ ਮਾਇਆ ਕਮਾਉਣ ਦੇ ਲਈ। ਜਿਹ ਧੰਦੇ ਮੈਂ ਓਏ ਲਪਟਾਏ, ਉਨ ਤੇ ਦੁਗਨ ਦਿੜੀ ਉਨਮਾਏ। ਜਿਹੜੇ ਧੰਦੇ ਕਰਦੇ ਹੋਏ, ਜਿਹੜੇ ਕੰਮਕਾਰ ਕਰਦੇ ਹੋਏ ਸਾਡੇ ਵੱਡੇ ਵਡੇਰੇ ਤੁਰ ਗਏ, ਉਹਨਾਂ ਹੀ ਧੰਦਿਆਂ ਦੇ ਵਿੱਚ ਦੁੱਗਣੀ ਲੱਗਣ ਦੇ ਨਾਲ ਅਸੀਂ ਲੱਗੇ ਹੋਏ ਹਾਂ ਕਿ ਅਸੀਂ ਹੋਰ ਜ਼ਿਆਦਾ ਮਾਇਆ ਇਕੱਠੀ ਕਰ ਸਕੀਏ, ਹੋਰ ਜ਼ਿਆਦਾ ਧਨ ਦੌਲਤ ਕਮਾ ਸਕੀਏ। ਪਰ ਇਹ ਗੱਲ ਸਾਡੇ ਚੇਤੇ ਦੇ ਵਿੱਚ ਨਹੀਂ ਆਉਂਦੀ ਕਿ ਉਹ ਸਾਰਾ ਕੁਝ ਇੱਥੇ ਹੀ ਛੱਡ ਕੇ ਗਏ ਨੇ ਤੇ ਅਸੀਂ ਵੀ ਇੱਥੇ ਹੀ ਛੱਡ ਕੇ ਜਾਣਾ ਹੈ। ਉਹ ਵੇਲਾ ਕੱਛ ਚੀਤ ਨਾ ਆਵੈ, ਜੋ ਇੱਥੋਂ ਜਾਣ ਵਾਲਾ ਸਮਾਂ ਹੈ ਉਹ ਸਾਡੇ ਮਨਾਂ ਦੇ ਵਿੱਚ ਨਹੀਂ ਆਉਂਦਾ। ਬਿਨਸ ਜਾਏ ਤਾਹੂ ਲਪਟਾਵੈ ਰਹਾਉ। ਅਸੀਂ ਮੁੜ ਮੁੜ ਉਸੇ ਚੀਜ਼ ਦੇ ਨਾਲ ਚੁੰਬੜਦੇ ਹਾਂ, ਉਸੇ ਮਾਇਆ ਦੇ ਨਾਲ, ਧਨ ਦੌਲਤ ਦੇ ਨਾਲ ਚੁੰਬੜਦੇ ਹਾਂ ਜਿਹਨੇ ਬਿਨਸ ਜਾਣਾ ਹੈ, ਜਿਹਨੇ ਨਸ਼ਟ ਹੋ ਜਾਣਾ ਹੈ, ਜਿਹਨੇ ਸਾਡਾ ਸਾਥ ਨਹੀਂ ਨਿਭਾਉਣਾ। ਮੇਰਾ ਖਿਆਲ ਹੈ ਕਿ ਅਸੀਂ ਪਹਿਲਾਂ ਵੀ ਕਈ ਵਾਰ ਹੀ ਇਸ ਮੁੱਦੇ ਦੇ ਉੱਤੇ ਗੱਲਬਾਤ ਕਰ ਚੁੱਕੇ ਹਾਂ। ਜਿੱਥੇ ਕਿਤੇ ਵੀ ਇਸ ਪ੍ਰਕਾਰ ਦਾ ਸ਼ਬਦ ਆਉਂਦਾ ਹੈ ਅਸੀਂ ਹਮੇਸ਼ਾ ਹੀ ਇਹ ਗੱਲ ਕਰਦੇ ਹਾਂ ਕਿ ਮਿਹਨਤ ਕਰਨ ਦੇ ਵਿੱਚ ਕੋਈ ਬੁਰਾਈ ਨਹੀਂ ਹੁੰਦੀ। ਇਹ ਦੁਨੀਆ ਦਾ ਦਸਤੂਰ ਹੈ, ਸਾਡੇ ਸਮਾਜ ਦਾ, ਸਾਡੇ ਦੇਸ਼ਾਂ ਦਾ ਹਿਸਾਬ ਕਿਤਾਬ ਇਸ ਪ੍ਰਕਾਰ ਦਾ ਬਣਿਆ ਹੋਇਆ ਹੈ। ਇਹ ਕੋਈ ਅੱਜ ਨਹੀਂ ਬਣਿਆ, ਬਹੁਤ ਪਹਿਲਾਂ ਤੋਂ, ਈਵਨ ਕਿ ਸਾਡੇ ਗੁਰੂਆਂ ਤੋਂ ਵੀ ਪਹਿਲਾਂ ਦੇ ਸਮਿਆਂ ਤੋਂ ਇਹੀ ਵਰਤਾਂਤ ਚੱਲਦਾ ਆ ਰਿਹਾ ਹੈ ਕਿ ਤੁਸੀਂ ਕੰਮਕਾਰ ਕਰੋਗੇ, ਪੈਸਾ ਕਮਾਓਗੇ ਤਾਂ ਆਪਦਾ ਪੇਟ ਪਾਲ ਸਕੋਗੇ। ਤਾਂ ਇੱਥੇ
ਇਸ ਗੱਲ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਵਿਹਲੇ ਬੈਠ ਜਾਈਏ। ਜੋ ਸਮਝਣ ਵਾਲੀ ਗੱਲ ਹੈ ਉਹ ਇਹ ਹੈ ਕਿ ਫਰਕ ਹੈ ਇੱਕ ਮਾਨਸਿਕ ਸਥਿਤੀ ਦੇ ਵਿੱਚ ਤੇ ਇੱਕ ਸਰੀਰਕ ਸਥਿਤੀ ਦੇ ਵਿੱਚ। ਸਰੀਰਕ ਤੌਰ 'ਤੇ ਸਾਨੂੰ ਕੰਮ ਕਰਨਾ ਹੀ ਪਊਗਾ, ਪਰ ਮਾਨਸਿਕ ਤੌਰ 'ਤੇ ਅਸੀਂ ਸਥਿਰ ਹੋਈਏ। ਅਸੀਂ ਉਸ ਕੰਮ ਦੇ ਵਿੱਚ ਇੰਨੇ ਨਾ ਖੁੱਭ ਜਾਈਏ ਕਿ ਅਸੀਂ ਆਪਣਾ ਆਸਾ ਪਾਸਾ ਤੇ ਸਾਡੀਆਂ ਜੋ ਕਦਰਾਂ ਕੀਮਤਾਂ ਨੇ ਉਹੀ ਭੁੱਲ ਜਾਈਏ। ਇਹ ਸਮਝਣ ਵਾਲੀ ਗੱਲ ਹੈ। ਕੰਮਕਾਰ ਤੇ ਕਰਾਂਗੇ ਤਾਂ ਹੀ ਰੋਟੀ ਖਾ ਸਕਦੇ ਹਾਂ, ਨਹੀਂ ਘਰੇ ਬੈਠਿਆਂ ਨੂੰ ਕੋਈ ਸਾਨੂੰ ਰੋਟੀ ਨਹੀਂ ਦੇਣ ਲੱਗਾ। ਬਾਕੀ ਗੱਲ ਇਹ ਹੈ ਕਿ ਜੇ ਸਾਰੀ ਦੁਨੀਆ ਹੀ ਇਦਾਂ ਸੋਚਣ ਲੱਗ ਜਾਵੇ ਕਿ ਅਸੀਂ ਕੰਮ ਨਹੀਂ ਕਰਨਾ, ਅਸੀਂ ਮਾਇਆ ਦੇ ਵਿੱਚ ਨਹੀਂ ਫਸਣਾ, ਤਾਂ ਬੈਠਿਆਂ ਨੂੰ ਖਾਣ ਪੀਣ ਨੂੰ, ਪਹਿਨਣ ਨੂੰ, ਰਹਿਣ ਨੂੰ ਕੁਝ ਵੀ ਨਹੀਂ ਮਿਲਣ ਵਾਲਾ। ਸੋ ਮਿਹਨਤ ਕਰਨੀ ਆਪਣੀ ਜਗ੍ਹਾ ਜ਼ਰੂਰੀ ਹੈ, ਪਰ ਗੱਲ ਹੈ ਕਿ ਅਸੀਂ ਮਾਇਆ ਦੇ ਮੋਹ 'ਚ ਨਾ ਫਸੀਏ। ਹੁਣ ਮੋਹ 'ਚ ਕਦੋਂ ਅਸੀਂ ਫਸਦੇ ਹਾਂ? ਜਦੋਂ ਅਸੀਂ ਉਸ ਕਮਾਈ ਹੋਈ ਮਾਇਆ ਨੂੰ ਜੱਫੀਆਂ ਪਾਉਣ ਲੱਗ ਜਾਂਦੇ ਹਾਂ, ਜਦੋਂ ਅਸੀਂ ਉਹਨੂੰ ਕਿਤੇ ਦੂਸਰੇ ਨੂੰ ਦੇਣ ਤੋਂ ਪਹਿਲਾਂ 100 ਵਾਰ ਸੋਚਦੇ ਹਾਂ, ਜਦੋਂ ਕਿ ਸਾਨੂੰ ਸਾਹਮਣੇ ਦਿਸ ਰਿਹਾ ਹੁੰਦਾ ਹੈ ਕਿ ਸਾਹਮਣੇ ਵਾਲੇ ਬੰਦੇ ਨੂੰ ਲੋੜ ਹੈ, ਸਾਡੇ ਨਾਲੋਂ ਜ਼ਿਆਦਾ ਲੋੜ ਹੈ, ਸਾਡੇ ਕੋਲੇ ਲੋੜ ਨਾਲੋਂ ਜ਼ਿਆਦਾ ਹੈ। ਸਾਡੀਆਂ ਜ਼ਰੂਰਤਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਕੁਝ ਬਚਿਆ ਹੈ ਜਿਹਦੇ ਨਾਲ ਕਿ ਸਾਹਮਣੇ ਵਾਲੇ ਬੰਦੇ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਨੇ। ਇਸ ਗੱਲ ਨੂੰ ਜਾਣਦੇ ਹੋਏ ਵੀ ਜਦੋਂ ਅਸੀਂ ਉਸ ਮਾਇਆ ਨੂੰ ਜੱਫੀ ਪਾ ਕੇ ਬੈਠ ਜਾਂਦੇ ਹਾਂ ਕਿ ਨਹੀਂ ਇਹ ਮੈਂ ਕਮਾਈ ਹੈ ਤੇ ਮੈਂ ਆਪਦੇ ਕੋਲੇ ਹੀ ਰੱਖਣੀ ਆ, ਮੈਂ ਨਹੀਂ ਦੇਣੀ ਉਹਨੂੰ, ਉਦੋਂ ਅਸੀਂ ਮਾਇਆ ਦੇ ਮੋਹ 'ਚ ਫਸੇ ਹੁੰਦੇ ਹਾਂ। ਤੇ ਜਾਂ ਫਿਰ ਜਦੋਂ ਅਸੀਂ ਆਪਣੀਆਂ ਤ੍ਰਿਸ਼ਨਾਵਾਂ ਨੂੰ ਇੰਨਾ ਵਧਾ ਲੈਂਦੇ ਹਾਂ ਕਿ ਉਹ ਸਾਨੂੰ ਇੱਕ ਪਲ ਚੈਨ ਨਹੀਂ ਲੈਣ ਦਿੰਦੀਆਂ। ਅਸੀਂ ਵੱਡੀਆਂ ਵੱਡੀਆਂ ਚੀਜ਼ਾਂ ਦੀਆਂ ਕਾਮਨਾਵਾਂ ਕਰਦੇ ਹਾਂ ਤੇ ਫਿਰ ਉਹਨਾਂ ਨੂੰ ਪਾਉਣ ਦੇ ਲਈ ਮਿਹਨਤਾਂ ਵੀ ਜ਼ਿਆਦਾ ਕਰਨੀਆਂ ਪੈਂਦੀਆਂ ਨੇ। ਅਸੀਂ ਦਿਨ ਰਾਤ ਇੱਕ ਕਰ ਕਰਕੇ ਪੈਸਾ ਕਮਾਉਂਦੇ ਹਾਂ। ਅੱਜ ਦੇ ਯੁੱਗ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬੁਰਾਈ ਉਸ ਚੀਜ਼ ਦੇ ਵਿੱਚ ਵੀ ਨਹੀਂ ਹੈ, ਪਰ ਉੱਥੇ ਇਸ ਗੱਲ ਦਾ ਜਾਣ ਲੈਣਾ ਜ਼ਰੂਰੀ ਹੈ ਕਿ ਤੁਸੀਂ ਗਵਾ ਕੀ ਰਹੇ ਹੋ। ਵੱਡੀਆਂ ਕਾਰਾਂ ਕੋਠੀਆਂ ਪਾਉਣ ਦੇ ਲਈ ਤੁਸੀਂ ਮਿਹਨਤਾਂ ਤਾਂ ਕਰਦੇ ਪਏ ਹੋ, ਪਰ ਆਪਣੇ ਮਨ ਦੀ ਸ਼ਾਂਤੀ ਕੁਰਬਾਨ ਕਰ ਰਹੇ ਹੋ। ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਹੈ ਉਹ ਸਾਰੀ ਹੀ ਇਸ ਗੱਲ ਦੇ ਉੱਤੇ ਕੇਂਦਰਿਤ ਹੈ ਕਿ ਸਾਡਾ ਮਨ ਸਥਿਰ ਰਵੇ। ਇਸੇ ਲਈ ਗੁਰੂ ਜੀ ਕਿਤੇ ਨਾ ਕਿਤੇ ਸਾਨੂੰ ਮਾਇਆ ਤੋਂ ਦੂਰ ਰਹਿਣ ਦੇ ਲਈ ਪ੍ਰੇਰਦੇ ਨੇ। ਉਮੀਦ ਕਰਦੇ ਹਾਂ ਕਿ ਇਹ ਗੱਲ ਇਹ ਨਿਚੋੜ ਜੋ ਹੈ ਤੁਹਾਨੂੰ ਸਮਝ ਦੇ ਵਿੱਚ ਆ ਗਿਆ ਹੋਵੇਗਾ, ਫਰਕ ਸਮਝ ਦੇ ਵਿੱਚ ਆਇਆ ਹੋਵੇਗਾ ਕਿ ਮਾਇਆ ਦੇ ਮੋਹ 'ਚ ਫਸਣਾ ਕੀ ਹੈ ਤੇ ਮਿਹਨਤ ਕਰਕੇ ਆਪਣਾ ਪੇਟ ਪਾਲਣਾ, ਆਪਣੇ ਪਰਿਵਾਰ ਨੂੰ ਪਾਲਣਾ ਕੀ ਹੈ। ਤੇ ਜਦੋਂ ਅਸੀਂ ਮੋਹ ਦੇ ਵਿੱਚ ਫਸਦੇ ਹਾਂ ਤਾਂ ਅਸੀਂ ਕੀ ਗਵਾਉਂਦੇ ਹਾਂ। ਅੱਗੇ ਵੱਧਦੇ ਹਾਂ। ਆਸਾ ਬੰਦੀ ਮੂਰਖ ਦੇ, ਜੋ ਸਾਡੀ ਮੂਰਖਾਂ ਦੀ ਦੇਹ ਹੈ, ਮਨੁੱਖੀ ਸਰੀਰ ਹੈ, ਉਹ ਆਸਾਂ ਦੇ ਨਾਲ ਬੰਨ੍ਹਿਆ ਹੁੰਦਾ ਹੈ। ਹਰ ਸਮੇਂ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਆਸਾਵਾਂ ਹੁੰਦੀਆਂ ਨੇ ਕਿ ਆਹ ਹੋ ਜਾਏ, ਉਹ ਹੋ ਜਾਏ। ਇਸੇ ਲਈ ਹੀ ਅਸੀਂ ਆਪਣੇ ਆਪ ਨੂੰ ਕਦੇ ਸ਼ਾਂਤ ਨਹੀਂ ਰੱਖ ਪਾਉਂਦੇ। ਕਾਮ ਕ੍ਰੋਧ ਲਪਟਿਓ ਅਸਨੇਹ, ਅਸਨੇਹ ਤੋਂ ਭਾਵ ਕਿ ਸਨੇਹ ਮੋਹ। ਅਸੀਂ ਜੋ ਹਾਂ ਕਾਮ ਕ੍ਰੋਧ ਸਨੇਹ ਮੋਹ ਆਦਿਕ ਵਿਕਾਰਾਂ ਦੇ ਵਿੱਚ ਲਿਪਟੇ ਹੋਏ ਹਾਂ। ਸਿਰ ਉੱਪਰ ਠਾਡੋ ਧਰਮ ਰਾਏ, ਸਾਡੇ ਸਿਰਾਂ ਦੇ ਉੱਪਰ ਧਰਮਰਾਜ ਬੈਠਾ ਹੈ, ਭਾਵ ਕਿ ਸਾਡੀ ਮੌਤ ਨਿਸ਼ਚਿਤ ਹੈ। ਇਹ ਗੱਲ ਨੂੰ ਜਾਣਦੇ ਹੋਏ ਵੀ ਮਿੱਠੀ ਕਰ ਕਰ ਵਿਖਿਆ ਖਾਏ, ਅਸੀਂ ਉਹਨੂੰ ਯਾਦ ਨਹੀਂ ਕਰਦੇ, ਸਿਰਫ ਮਾਇਆ 'ਚ ਹੀ ਫਸੇ ਹੋਏ ਹਾਂ। ਮਾਇਆ ਰੂਪੀ ਜ਼ਹਿਰ ਨੂੰ ਮਿੱਠਾ ਜਾਣ ਜਾਣ ਕੇ ਅਸੀਂ ਖਾਂਦੇ ਹਾਂ। ਅਸੀਂ ਉਹਦੇ ਨਾਲ ਆਪਣੀਆਂ ਤ੍ਰਿਸ਼ਨਾਵਾਂ ਨੂੰ ਪੂਰੀਆਂ ਕਰਦੇ ਹਾਂ, ਮਾਇਆ ਦੇ ਨਾਲ ਆਪਣੀਆਂ ਤ੍ਰਿਸ਼ਨਾਵਾਂ ਪੂਰੀਆਂ ਕਰਦੇ ਹਾਂ, ਤਾਂ ਸਾਨੂੰ ਲੱਗਦਾ ਕਿ ਮਾਇਆ ਮਿੱਠੀ ਹੈ। ਪਰ ਇਸ ਸਾਰੇ ਕਾਰਿਕਰਮ ਦੇ ਵਿੱਚ ਆਪਣੇ ਮਨ ਨੂੰ ਕਿੰਨਾ ਅਸ਼ਾਂਤ ਅਸੀਂ ਕਰਦੇ ਹਾਂ, ਇਹ ਜ਼ਹਿਰ ਅਸੀਂ ਭੁੱਲ ਜਾਂਦੇ ਹਾਂ। ਮਾਇਆ ਦੀ ਮਿਠਾਸ ਸਾਨੂੰ ਪ੍ਰਤੱਖ ਨਜ਼ਰ ਆਉਂਦੀ ਹੈ, ਪਰ ਮਾਇਆ ਦਾ ਜੋ ਜ਼ਹਿਰ ਰੂਪ ਹੈ ਉਹ ਸਾਡੇ ਸਾਹਮਣੇ ਭੁਲੇਖਾ ਹੈ, ਉਹ ਸਾਨੂੰ ਦਿਖਦਾ ਨਹੀਂ ਹੈ, ਉਹ ਲੁਕਿਆ ਹੋਇਆ ਹੈ। ਇਹ ਗੱਲ ਸਮਝਣ ਵਾਲੀ ਹੈ। ਅੱਗੇ ਗੁਰੂ ਜੀ ਹੰਕਾਰ ਦੀ ਗੱਲ ਕਰਦੇ ਪਏ ਨੇ। ਹਉ ਬੰਦੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਘਾਲੈ ਪੈਰ। ਕਹਿੰਦੇ ਮੇਰੀ ਜ਼ਮੀਨ ਦੇ ਵਿੱਚ ਕਿਹਨੇ ਪੈਰ ਪਾਇਆ ਤੇ ਕਿਵੇਂ ਪਾ ਲਿਆ। ਮੈਂ ਉਹਨੂੰ ਬੰਨ੍ਹ ਲਵਾਂਗਾ, ਮੈਂ ਉਹਦੇ ਨਾਲ ਆਪਣਾ ਵੈਰ ਕੱਢਾਂਗਾ, ਮੈਂ ਕੱਢਾਂਗਾ।
ਇਹ ਮੈਂ ਜੋ ਹੈ ਇਹ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ ਹੈ। ਹਉ ਪੰਡਤ ਹਉ ਚਤਰ ਸਿਆਣਾ, ਕਿ ਮੈਂ ਪੰਡਤ ਹਾਂ, ਮੈਂ ਚਤਰ ਹਾਂ, ਚਲਾਕ ਹਾਂ, ਸਿਆਣਾ ਹਾਂ, ਇਹ ਸਭ ਕੁਝ ਮਨੁੱਖ ਸੋਚਦਾ ਹੈ। ਕਰਨਾ ਹਾਰ ਨਾ ਬੁੱਝੈ ਬਿਗਾਨਾ, ਬਿਗਾਨਾ ਤੋਂ ਭਾਵ ਇੱਥੇ ਵਿਗਾਨਾ ਨਹੀਂ ਬਲਕਿ ਬੇਗਿਆਨਾ ਹੈ, ਜਿਹਨੂੰ ਗਿਆਨ ਨਹੀਂ ਹੁੰਦਾ, ਭਾਵ ਕਿ ਮੂਰਖ ਹੈ। ਤੇ ਇਹ ਮੂਰਖ ਮਨੁੱਖ ਜਿਹੜਾ ਇੰਨਾ ਕੁਝ ਸੋਚਦਾ ਹੈ ਕਿ ਮੈਂ ਚਤਰ ਹਾਂ, ਮੈਂ ਸਿਆਣਾ, ਮੈਂ ਉਹਨੂੰ ਬੰਨ੍ਹ ਲਵਾਂਗਾ, ਮੈਂ ਉਹਦੇ ਨਾਲ ਵੈਰ ਕਮਾ ਲਵਾਂਗਾ, ਉਹ ਉਸ ਕਰਨਹਾਰ ਪ੍ਰਮਾਤਮਾ ਨੂੰ ਵੀ ਭੁੱਲ ਹੀ ਰੱਖਦਾ ਹੈ, ਉਹਨੂੰ ਚੇਤੇ ਦੇ ਵਿੱਚ ਨਹੀਂ ਰੱਖਦਾ। ਪਰ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜੀਵ ਦੇ ਵੱਸ ਦੇ ਵਿੱਚ ਹੀ ਕੁਝ ਨਹੀਂ ਹੈ। ਆਪਣੀ ਗਤਮਿਤ ਆਪੇ ਜਾਣੈ, ਕਿਆ ਕੋ ਕਹੈ ਕਿਆ ਆਖ ਵਖਾਨੈ, ਚਿਤ ਜਿਤ ਲਾਵੈ ਤਿਤ ਤਿਤ ਲਗਨਾ, ਆਪਣਾ ਭਲਾ ਸਭ ਕਾਹੂ ਮੰਗਣਾ। ਜਿਤ ਜਿਤ ਲਾਵੈ ਤਿਤ ਤਿਤ ਲੱਗਣਾ, ਜਿੱਥੇ ਜਿੱਥੇ ਪ੍ਰਮਾਤਮਾ ਜਿਹੜੇ ਜਿਹੜੇ ਜੀਵ ਨੂੰ ਲਾਉਂਦਾ ਹੈ ਉਹ ਜੀਵ ਉੱਥੇ ਉੱਥੇ ਹੀ ਲੱਗ ਜਾਂਦਾ ਹੈ। ਆਪਣੇ ਵੱਸ ਦੇ ਵਿੱਚ ਉਹਦੇ ਕੁਝ ਵੀ ਨਹੀਂ ਹੈ। ਆਪਣੀ ਗਤਮਿਤ ਆਪੇ ਜਾਣੈ, ਗਤ ਤੋਂ ਭਾਵ ਅਵਸਥਾ ਤੇ ਮਿਤ ਤੋਂ ਭਾਵ ਮਾਪ। ਕਹਿੰਦੇ ਉਹ ਜੋ ਪ੍ਰਮਾਤਮਾ ਹੈ ਉਹ ਆਪਣੀ ਅਵਸਥਾ, ਆਪਣੀ ਹਾਲਤ ਤੇ ਆਪਣਾ ਮਾਪ ਆਪ ਜਾਣਦਾ ਹੈ। ਕਿਆ ਕੋ ਕਹੈ ਕਿਆ ਆਖ ਵਖਾਣਾ, ਮਨੁੱਖ ਦੇ ਕੀ ਵੱਸ ਦੇ ਵਿੱਚ ਹੈ ਕਿ ਉਹ ਉਸ ਪ੍ਰਮਾਤਮਾ ਦੇ ਬਾਰੇ ਕੁਝ ਕਹਿ ਸਕੇ ਜਾਂ ਉਹਨੂੰ ਬਿਆਨ ਕਰ ਸਕੇ। ਆਪਣਾ ਭਲਾ ਸਭ ਕਾਹੂ ਮੰਗਣਾ, ਸਭ ਕੋਈ ਉਸ ਪ੍ਰਮਾਤਮਾ ਤੋਂ ਆਪਣਾ ਭਲਾ ਜ਼ਰੂਰ ਮੰਗਦਾ ਹੈ। ਸਭ ਕਿਛ ਤੇਰਾ ਤੂੰ ਕਰਨਾ ਹਾਰ, ਅੰਤ ਨਾਹੀਂ ਕਿਛ ਪਾਰਾਵਾਰ। ਇਹ ਗੁਰੂ ਜੀ ਦੀ ਸੋਚ ਹੈ ਜੋ ਸਾਨੂੰ ਵੀ ਅਪਣਾਉਣੀ ਚਾਹੀਦੀ ਹੈ। ਇਹ ਸੋਚਣਾ ਕਿ ਸਾਰਾ ਕੁਝ ਪ੍ਰਮਾਤਮਾ ਤੇਰਾ ਹੀ ਹੈ, ਤੂੰ ਹੀ ਸਭ ਕੁਝ ਕਰਨ ਵਾਲਾ ਹੈ, ਤੇਰਾ ਹੀ ਸਭ ਕੁਝ ਦਿੱਤਾ ਹੋਇਆ ਅਸੀਂ ਖਾ ਹੰਢਾ ਰਹੇ ਹਾਂ, ਤੇ ਅੰਤ ਵੇਲੇ ਵੀ ਸਾਡਾ ਤੂੰ ਹੀ ਸਾਥੀ ਹੋਣਾ ਹੈ, ਹੋਰ ਕਿਸੇ ਨੇ ਨਾਲ ਨਹੀਂ ਖੜਨਾ। ਦਾਸ ਆਪਣੇ ਕੋ ਦੀਜੈ ਦਾਨ, ਤੇਰੇ ਅੱਗੇ ਹੇ ਪ੍ਰਮਾਤਮਾ ਤੇਰੇ ਦਾਸ ਦੀ ਬੇਨਤੀ ਹੈ ਕਿ ਉਹਨੂੰ ਇਹ ਦਾਨ ਬਖਸ਼, ਕਬਹੂ ਨਾ ਵਿਸਰੈ ਨਾਨਕ ਨਾਮ, ਕਿ ਤੇਰਾ ਨਾਮ ਉਹਨੂੰ ਕਦੇ ਵੀ ਨਾ ਵਿਸਰੇ। ਇਹ ਬੇਨਤੀ ਤੇਰੇ ਅੱਗੇ ਤੇਰੇ ਦਾਸ ਦੀ ਹੈ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਅਨਕ ਯਤਨ ਨਹੀਂ ਹੋਤ ਛੁਟਾਰਾ, ਬਹੁਤ ਸਿਆਣਪ ਆਗਲ ਭਾਰਾ। ਬੜੇ ਯਤਨ ਕੀਤੇ ਤੇ ਬੜੇ ਹੀ ਯਤਨ ਮਨੁੱਖ ਕਰਦਾ ਹੈ, ਪਰ ਇਸ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਮਿਲਦਾ। ਬਲਕਿ ਜਿੰਨੀ ਬਹੁਤ ਚਤੁਰਾਈ ਵਰਤਦਾ ਹੈ, ਜਿੰਨੀ ਜ਼ਿਆਦਾ ਉਹ ਸਿਆਣਪ ਵਰਤਦਾ ਹੈ, ਜਿੰਨਾ ਜ਼ਿਆਦਾ ਇਹ ਸੋਚਦਾ ਹੈ ਕਿ ਮੈਂ ਸਿਆਣਾ ਹਾਂ, ਓਨਾ ਹੀ ਭਾਰ ਆਪਣੇ ਸਿਰ ਦੇ ਉੱਤੇ ਉਹ ਹੋਰ ਪਾ ਲੈਂਦਾ ਹੈ, ਕਿਉਂਕਿ ਹੰਕਾਰ ਆ ਜਾਂਦਾ ਹੈ। ਜਦੋਂ ਤੁਸੀਂ ਇਹ ਸੋਚਣ ਲੱਗ ਜਾਂਦੇ ਹੋ ਕਿ ਮੈਂ ਬਹੁਤ ਸਿਆਣਾ ਹਾਂ, ਤੁਹਾਡੇ ਅੰਦਰ ਹੰਕਾਰ ਆ ਜਾਂਦਾ ਹੈ। ਉਸ ਹੰਕਾਰ ਦਾ ਭਾਰ ਤੁਹਾਡੇ ਉੱਪਰ ਵੱਧਦਾ ਹੀ ਜਾਂਦਾ ਹੈ। ਹਰ ਕੀ ਸੇਵਾ ਨਿਰਮਲ ਹੇਤ, ਪ੍ਰਭ ਕੀ ਦਰਗਹਿ ਸੋਭਾ ਸੇਤ। ਇਸ ਲਈ ਪਵਿੱਤਰ ਪ੍ਰੇਮ ਦੇ ਨਾਲ ਉਸ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਇਹਦੇ ਨਾਲ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਆਦਰ ਤੇ ਵਡਿਆਈ ਸਹਿਤ ਪਹੁੰਚੀਦਾ ਹੈ। ਮਨ ਮੇਰੇ ਗਉ ਹਰ ਨਾਮ ਕਾ ਓਲਾ, ਕਿ ਹੇ ਮੇਰੇ ਮਨ ਉਸ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਫੜ। ਗਉ ਤੋਂ ਭਾਵ ਫੜਨਾ। ਤੁਝੈ ਨਾ ਲਾਗੈ ਤਾਤਾ ਝੋਲਾ ਰਹਾਓ, ਜੇਕਰ ਤੂੰ ਅਜਿਹਾ ਕਰ ਲਿਆ, ਉਸ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਫੜ ਲਿਆ, ਆਸਰਾ ਲੈ ਲਿਆ, ਤਾਂ ਫਿਰ ਤੈਨੂੰ ਮਾਇਆ ਦੇ ਤੱਤੇ ਬੁੱਲੇ ਛੋਹ ਨਹੀਂ ਸਕਣਗੇ। ਜੋ ਬੋਹਥ ਭੈ ਸਾਗਰ ਮਾਹੇ, ਅੰਧਕਾਰ ਦੀਪਕ ਦੀਪਾਹੇ। ਅਗਨ ਸੀਤ ਕਾ ਲਾਹਸ ਦੂਖ, ਨਾਮ ਜਪਤ ਮਨ ਹੋਵਤ ਸੂਖ। ਬੋਹਥ ਤੋਂ ਭਾਵ ਹੁੰਦਾ ਹੈ ਜਹਾਜ਼। ਜਿਸ ਤਰ੍ਹਾਂ ਕਿ ਜੋ ਜਹਾਜ਼ ਹੈ ਤੁਹਾਨੂੰ ਸਮੁੰਦਰ ਦੇ ਵਿੱਚ ਡੁੱਬਣ ਨਹੀਂ ਦਿੰਦਾ, ਜੋ ਦੀਪਕ ਹੈ ਉਹ ਹਨੇਰੇ ਦੇ ਵਿੱਚ ਚਾਨਣ ਕਰ ਦਿੰਦਾ ਹੈ, ਜੋ ਅਗਨੀ ਹੈ, ਅੱਗ ਹੈ, ਉਹ ਸੀਤ ਦੇ ਵਿੱਚ, ਠੰਡ ਦੇ ਵਿੱਚ ਤੁਹਾਨੂੰ ਦੁੱਖ ਨਹੀਂ ਲੱਗਣ ਦਿੰਦੀ, ਭਾਵ ਠੰਡ ਨਾਲ ਦੁਖੀ ਨਹੀਂ ਹੋਣ ਦਿੰਦੀ। ਉਸੇ ਪ੍ਰਕਾਰ ਹੀ ਜੋ ਪ੍ਰਮਾਤਮਾ ਦਾ ਨਾਮ ਹੈ, ਜਦੋਂ ਤੁਸੀਂ ਜਪਦੇ ਹੋ ਤਾਂ ਉਹਦੇ ਨਾਲ ਤੁਹਾਡੇ ਮਨ ਦੇ ਵਿੱਚ ਆਨੰਦ ਪੈਦਾ ਹੁੰਦਾ ਹੈ। ਉਤਰ ਜਾਏ ਤੇਰੇ ਮਨ ਕੀ ਪਿਆਸ, ਜੋ ਸਾਡੇ ਮਨ ਦੇ ਵਿੱਚ ਮਾਇਆ ਦੀ ਪਿਆਸ ਲੱਗੀ ਹੁੰਦੀ ਹੈ ਉਹ ਉਤਰ ਜਾਂਦੀ ਹੈ। ਪੂਰਨ ਹੋਵੈ ਸਗਲੀ ਆਸ, ਸਾਰੀਆਂ ਆਸਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਅਸੀਂ ਕੋਠੀਆਂ ਕਾਰਾਂ ਦੀ ਆਸ ਆਪਣੇ ਮਨ ਦੇ ਵਿੱਚ ਲਗਾਈ ਬੈਠੇ ਸੀ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਉਹ ਸਭ ਕੁਝ ਸਾਨੂੰ ਮਿਲ ਜਾਏਗਾ। ਇੱਦਾਂ ਨਹੀਂ ਹੋਣਾ।
ਪਰ ਇੰਨੀ ਅਕਲ ਆ ਜਾਏਗੀ ਕਿ ਉਹਨਾਂ ਕੋਠੀਆਂ ਕਾਰਾਂ 'ਚੋਂ ਉਹ ਮਨ ਦੀ ਸ਼ਾਂਤੀ ਨਹੀਂ ਮਿਲਣੀ ਜਿਹੜੀ ਉਹਨਾਂ ਤੋਂ ਬਿਨਾਂ ਵੀ ਮਿਲ ਸਕਦੀ ਹੈ। ਖੁਸ਼ ਹੋਣ ਦੇ ਲਈ, ਸਥਿਰ ਹੋਣ ਦੇ ਲਈ, ਮਨ ਨੂੰ ਸ਼ਾਂਤ ਰੱਖਣ ਦੇ ਲਈ ਕੋਠੀਆਂ ਕਾਰਾਂ ਜ਼ਰੂਰੀ ਨਹੀਂ। ਇਸ ਗੱਲ ਦੀ ਸਮਝ ਪੈ ਜਾਂਦੀ ਹੈ ਤੇ ਉਹ ਆਸਾਵਾਂ ਜਿਹੜੀਆਂ ਹੁੰਦੀਆਂ ਨੇ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ ਨੇ, ਤੁਹਾਨੂੰ ਸਤਾਉਣੋਂ ਹਟ ਜਾਂਦੀਆਂ ਨੇ। ਡੋਲੈ ਨਾਹੀ ਤੁਮਰਾ ਚੀਤ, ਪਰਮਾਤਮਾ ਦਾ ਨਾਮ ਜਪਦੇ ਹੋ ਤਾਂ ਫਿਰ ਤੁਹਾਡਾ ਜੋ ਚਿੱਤ ਹੈ, ਜੋ ਮਨ ਹੈ, ਉਹ ਡੋਲਦਾ ਨਹੀਂ ਹੈ। ਜਦੋਂ ਤੁਹਾਡੀ ਉਸ ਪਰਮਾਤਮਾ ਦੇ ਨਾਲ ਸਾਂਝ ਬਣ ਗਈ, ਫਿਰ ਤੁਹਾਨੂੰ ਮਾਇਆ ਦੇ ਹੱਲੇ ਤੰਗ ਨਹੀਂ ਕਰਦੇ, ਫਿਰ ਤੁਸੀਂ ਡੋਲਦੇ ਨਹੀਂ। ਭਾਵੇਂ ਤੁਹਾਨੂੰ ਕੋਈ ਕਰੋੜਾਂ ਰੁਪਈਆ ਹੀ ਕਿਉਂ ਨਾ ਦੇ ਰਿਹਾ ਹੋਵੇ, ਤੁਹਾਡੇ ਮਨ ਦੇ ਵਿੱਚ ਇਹੀ ਆਏਗਾ ਕਿ ਮੇਰੀ ਜ਼ਰੂਰਤ ਤਾਂ ਸੈਂਕੜਿਆਂ ਦੇ ਨਾਲ ਹੀ ਪੂਰੀ ਹੋ ਜਾਣੀ ਹੈ, ਬਾਕੀ ਦਾ ਕਿਸੇ ਹੋਰ ਨੂੰ ਦੇ ਦਿਓ। ਅੰਮ੍ਰਿਤ ਨਾਮ ਜਪ ਗੁਰਮੁਖ ਮੀਤ, ਇਸ ਕਰਕੇ ਹੇ ਗੁਰਮੁਖ ਮੀਤ, ਮੇਰੇ ਮਿੱਤਰ, ਉਸ ਪਰਮਾਤਮਾ ਦਾ ਨਾਮ ਅੰਮ੍ਰਿਤ ਜਪ। ਨਾਮ ਔਖਦ ਸੋਈ ਜਨ ਪਾਵੈ, ਨਾਮ ਰੂਪੀ ਜੋ ਦਵਾਈ ਹੈ ਉਹੀ ਮਨੁੱਖ ਪ੍ਰਾਪਤ ਕਰਦਾ ਹੈ। ਕਰ ਕਿਰਪਾ ਜਿਸ ਆਪ ਦਿਵਾਵੈ, ਜਿਹਦੇ ਉੱਤੇ ਕਿਰਪਾ ਕਰਕੇ ਪ੍ਰਮਾਤਮਾ ਆਪ ਉਹ ਦਵਾਈ ਦਵਾਉਂਦਾ ਹੈ। ਹਰ ਹਰ ਨਾਮ ਜਾ ਕਾ ਹਿਰਦੈ ਵਸੈ, ਜਿਹਦੇ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ। ਦੁੱਖ ਦਰਦ ਤਿਹ ਨਾਨਕ ਨਸੈ, ਹੈ ਨਾਨਕ, ਉਹਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ। ਸੋ ਉਮੀਦ ਕਰਦੇ ਹਾਂ ਕਿ ਅੱਜ ਦੇ ਅੰਗ ਦੀ ਇਸ ਬਾਣੀ ਦੇ ਵਿੱਚੋਂ ਤੁਹਾਨੂੰ ਜੋ ਮਾਇਆ ਵਾਲਾ ਮੁੱਦਾ ਹੈ ਉਹ ਕਾਫੀ ਹੱਦ ਤੱਕ ਸਮਝ ਆ ਗਿਆ ਹੋਵੇਗਾ। ਪਹਿਲਾਂ ਵੀ ਕਈ ਵਾਰ ਸਮਝਾਇਆ ਹੈ ਆਪਾਂ, ਬਹੁਤ ਵਾਰ ਮਾਇਆ ਦੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੁੰਦੀ ਹੈ। ਹੁਣ ਤੱਕ ਆਪਾਂ 178ਵੇਂ ਅੰਗ ਤੱਕ ਪਹੁੰਚੇ ਹਾਂ। ਹੁਣ ਤੱਕ ਵੀ ਬਹੁਤ ਵਾਰ ਇਹ ਗੱਲ ਹੋ ਚੁੱਕੀ ਹੈ ਤੇ ਅੱਗੇ ਵੀ ਕਈ ਵਾਰ ਹੋਣੀ ਹੈ। ਪਰ ਜਿਸ ਤਰ੍ਹਾਂ ਕਿ ਅਸੀਂ ਇਸੇ ਅੰਗ ਦੀ ਬਾਣੀ ਦੇ ਵਿੱਚ ਹੀ ਕਿਹਾ ਸੀ ਕਿ ਜ਼ਰੂਰੀ ਨਹੀਂ ਕਿ ਅਸੀਂ ਇੱਕ ਵਾਰੀ ਦੇ ਵਿੱਚ ਹੀ ਸਾਰੀ ਗੱਲ ਸਮਝ ਚਾਹੀਏ। ਹੋ ਸਕਦਾ ਹੈ ਬਾਰ-ਬਾਰ ਉਸ ਚੀਜ਼ ਨੂੰ ਸੁਣ ਕੇ ਸਾਡੇ ਖਾਨੇ ਦੇ ਵਿੱਚ ਉਹ ਗੱਲ ਪੈ ਜਾਏ। ਸੋ ਇਸ ਲਈ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਵੀ ਗੱਲ ਆਉਂਦੀ ਹੈ, ਜਿੱਥੇ ਵੀ ਜ਼ਿਆਦਾ ਐਕਸਪਲੇਨ ਕਰ ਸਕਦੇ ਹਾਂ ਉਹ ਕੀਤਾ ਜਾਏ। ਸੋ ਇਸੇ ਉਮੀਦ ਦੇ ਨਾਲ ਕਿ ਤੁਹਾਨੂੰ ਸਾਰੀ ਗੱਲਬਾਤ ਜੋ ਹੈ ਸਮਝ ਦੇ ਵਿੱਚ ਆ ਗਈ ਹੋਏਗੀ। ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਅੱਗੇ ਲੋਕਾਂ ਦੇ ਤੱਕ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ। ਬਹੁਤ ਸਾਡੇ ਜੋ ਮਨਾਂ ਦੇ ਵਿੱਚ ਸਵਾਲ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਜਦੋਂ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਹਾਂ। ਕੁਝ ਉੱਤਰ ਅਜਿਹੇ ਨੇ ਜੋ ਸਾਨੂੰ ਹੋਰ ਕਿਸੇ ਕਿਤਾਬਾਂ ਦੇ ਵਿੱਚੋਂ ਨਹੀਂ ਮਿਲਦੇ, ਹੋਰ ਕਿਤੋਂ ਨਹੀਂ ਮਿਲਦੇ, ਗੁਰੂਆਂ ਦੀ ਬਾਣੀ ਦੇ ਵਿੱਚੋਂ ਸਾਨੂੰ ਮਿਲ ਜਾਂਦੇ ਨੇ, ਖਾਸ ਕਰਕੇ ਜਦੋਂ ਗੱਲ ਆਉਂਦੀ ਹੈ ਮਨ ਨੂੰ ਸਥਿਰ ਕਰਨ ਦੀ। ਸੋ ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।